ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਗੁਰੂ ਕੇ ਪਿਆਰਿਓ, ਪਿੱਛੇ ਸ੍ਰੀ ਜਪਜੀ ਸਾਹਿਬ ਬਾਣੀ ਦੀ ਇੱਕ ਪੌੜੀ ਦੀ ਸੰਥਿਆ ਵਿਚਾਰੀ ਸੀ ਤੇ ਹੁਣ ਜਪਜੀ ਸਾਹਿਬ ਬਾਣੀ ਦੀ ਦੂਸਰੀ ਪੌੜੀ ਆਰੰਭ ਕਰਦੇ ਹਾਂ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਆਕਾਰ ਤੇ ਵਿਸਰਾਮ ਲੱਗਦਾ ਜੀ। ਹੁਕਮੀ ਹੋਵਨ, ਹੋਵਨ ਨੰਨੇ ਨਾਲ ਬੋਲਣਾ। ਆਕਾਰ ਐੜੇ ਨੂੰ ਕੰਨਾਂ ਲਾ ਕੇ, ਕੱਕੇ ਨੂੰ ਕੰਨਾਂ ਲਾ ਕੇ ਉਚਾਰਨ ਕਰਨਾ, ਇੱਥੇ ਵਿਸਰਾਮ ਆ। ਹੁਕਮ ਨਾ ਕਹਿਆ ਜਾਈ, ਇਹ ਨੰਨਾ ਮੁਕਤਾ ਬੋਲਣਾ, ਨਾ ਕੰਨੇ ਵਾਲਾ ਨਹੀਂ ਬੋਲਣਾ। ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਇੱਥੇ ਵਿਸਰਾਮ ਆ ਜੀ। ਹੋਵਨ ਨੰਨੇ ਨਾਲ ਬੋਲਣਾ ਤੇ ਜੀ ਇਹ ਐੜਾ ਨਾਲ ਉਚਾਰਨ ਕਰਨਾ। ਇਹਨੂੰ ਕੱਲਾ ਜੀ ਨਹੀਂ ਕਹਿਣਾ। ਜਿੱਥੇ ਸਤਿਕਾਰ ਬੋਧਕ ਜੀ ਆਉਂਦਾ ਉੱਥੇ ਜੱਜੇ ਬਿਹਾਰੀ ਜੀ ਆਉਂਦਾ, ਜਿਵੇਂ ਰਹਿਰਾਸ ਸਾਹਿਬ ਜੀ ਦੇ ਵਿੱਚ ਆਉਂਦਾ ਚੌਥੇ ਪਾਤਸ਼ਾਹ ਦੇ ਸ਼ਬਦ 'ਚ। ਇੱਥੇ ਜੀ ਜੀਵਾਂ ਦੀ ਗੱਲ, ਪਰਮੇਸ਼ਰ ਦੇ ਹੁਕਮ ਵਿੱਚ ਹੀ ਜੀ ਪੈਦਾ ਹੋ ਰਹੇ। ਜੀ ਐੜੇ ਨੂੰ ਕੰਨਾਂ ਵੀ ਨਹੀਂ ਲਾ ਦੇਣਾ, ਜੀਆ ਵੀ ਨਹੀਂ ਕਰ ਦੇਣਾ, ਇਹ ਦੱਬ ਕੇ ਐੜਾ ਉਚਾਰਨ ਕਰਨਾ। ਜੀ ਇਸ ਤਰ੍ਹਾਂ। ਹੁਕਮੀ ਹੋਵਨ ਜੀ, ਇੱਥੇ ਵਿਸਰਾਮ। ਹੁਕਮ ਮਿਲੈ ਵਡਿਆਈ, ਮਿਲੈ ਲੱਲੇ ਨੂੰ ਦਲਾਵਾਂ ਲਾਉਣੀਆਂ ਜੀ। ਹੁਕਮੀ ਉੱਤਮ ਨੀਚ, ਇੱਥੇ ਵਿਸਰਾਮ ਆ ਜੀ ਨੀਚ ਦੇ ਉੱਤੇ। ਹੁਕਮ ਲਿਖ ਦੁੱਖ ਸੁੱਖ ਪਾਈਆ ਹੈ, ਇਹ ਲਿਖ ਦੇ ਉੱਤੇ ਥੋੜਾ ਜਿਹਾ ਠਹਿਰਾਓ ਦੇਣਾ। ਹੁਕਮ ਲਿਖ, ਫਿਰ ਕਹਿਣਾ ਦੁੱਖ ਸੁੱਖ ਪਾਈਆ ਹੈ। ਸਿੱਧਾ ਨਹੀਂ ਕਹਿ ਦੇਣਾ ਵੀ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ, ਇਸ ਤਰ੍ਹਾਂ ਨਹੀਂ। ਹੁਕਮ ਲਿਖ, ਇੱਥੇ ਠਹਿਰਾਓ, ਬਾਅਦ ਵਿੱਚ ਕਹਿਣਾ ਦੁੱਖ ਸੁੱਖ ਪਾਈਆ ਹੈ। ਇੱਕ ਨਾ ਹੁਕਮੀ ਬਖਸ਼ੀਸ, ਇੱਥੇ ਵਿਸਰਾਮ ਆ ਜੀ। ਬਖਸ਼ੀਸ ਦੇ ਉੱਤੇ ਇੱਕ ਨਾ ਇਕੱਠਾ ਕਹਿਣਾ। ਕਈ ਵਾਰੀ ਆਪਾਂ ਲੈ ਤਾਲ ਦੇ ਵਿੱਚ ਇੱਕ ਨਾ ਹੁਕਮੀ ਬਖਸ਼ੀਸ ਇਸ ਤਰ੍ਹਾਂ ਵੀ ਬੋਲਿਆ ਜਾਂਦਾ, ਪਰ ਇੰਝ ਨਹੀਂ ਕਹਿਣਾ। ਇਸ ਤਰ੍ਹਾਂ ਇਹ ਅਰਥ ਵਿੱਚ ਫਰਕ ਪੈ ਜਾਂਦਾ। ਇੱਕ ਨਾ ਇਕੱਠਾ ਵਾ, ਇੱਕ ਨਾ ਹੁਕਮੀ ਬਖਸ਼ੀਸ, ਇੱਥੇ ਵਿਸਰਾਮ। ਇੱਕ ਹੁਕਮੀ ਸਦਾ ਭਵਾਈਆ ਹੈ, ਭਵਾਈਆ ਹੈ, ਇਹ ਇਕੱਠਾ ਹੀ ਕਹਿਣਾ ਜੀ। ਇਸ ਤਰੀਕੇ ਨਾਲ ਐੜਾ ਹਾ ਹਿੱਸਿਆਰੀ ਇਹਦਾ ਉਚਾਰਨ ਹੋ ਜਾਵੇ। ਸਦਾ ਭਵਾਈਆ ਹੈ, ਕਾਲੀ ਨਾਲ ਹਾਹਾ ਵੀ ਨਾਲ ਬੋਲਿਆ ਜਾਵੇ। ਹੁਕਮੈ ਅੰਦਰ ਸਭ ਕੋ, ਹੁਕਮੈ ਮੱਮੇ ਨੂੰ ਜ਼ਲਾਵਾਂ ਨਾਲ ਬੋਲਣਾ ਤੇ ਕੋ ਨੂੰ ਵੀ ਥੋੜਾ ਜਿਹਾ ਲੰਮਾ ਕਰਕੇ, ਕਿਉਂਕਿ ਕੱਕੇ ਹੋੜਾ ਵਾ। ਹੁਕਮੈ ਅੰਦਰ ਸਭ ਕੋ, ਇੱਥੇ ਵਿਸਰਾਮ। ਬਾਹਰ ਹੁਕਮ ਨਾ ਕੋਇ, ਇਸ ਤਰੀਕੇ ਨਾਲ ਨੰਨਾ ਵੀ ਮੁਕਤਾ ਬੋਲਣਾ, ਨਾ ਕੋਇ, ਕੱਕੇ ਹੋੜਾ ਲੰਮਾ ਕਰਕੇ ਈੜੀ ਨੂੰ ਸਿਹਾਰੀ, ਫਿਰ ਪੋਲਾ ਜਿਹਾ ਆਵਾਜ਼। ਸਿੱਧਾ ਕੋਏ ਨਹੀਂ ਕਹਿਣਾ, ਫਿਰ ਈੜੀ ਨੂੰ ਲਾਂ ਲੱਗ ਜਾਂਦੀ ਹੈ। ਲਾਂ ਦਾ ਤੇ ਸਿਹਾਰੀ ਦਾ ਆਵਾਜ਼ ਦਾ ਫਰਕ ਹੈ। ਇੱਥੇ ਹੈ ਸਿਹਾਰੀ, ਇਸ ਕਰਕੇ ਸਿਹਾਰੀ ਦੀ ਆਵਾਜ਼ ਦੇਣੀ। ਬਾਹਰ ਹੁਕਮ ਨਾ ਕੋਏ, ਇਹ ਵੀ ਬਾਹਰ ਕਹਿਣਾ, ਸਿੱਧਾ ਬਾਹਰ ਨਹੀਂ ਕਹਿਣਾ, ਬਾਹਰ ਹੁਕਮ ਨਾ ਕੋਏ। ਬਾਹਰ ਨਹੀਂ ਕਹਿਣਾ, ਬਾਹਰ। ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ। ਨਾਨਕ ਪਦ ਤੇ ਜਮਕ ਦੇ ਕੇ
ਭਾਵ ਥੋੜ੍ਹਾ ਜਿਹਾ ਠਹਿਰਾਓ ਦੇ ਕੇ, ਥੋੜ੍ਹਾ ਜਿਹਾ ਰੁਕ ਕੇ ਫਿਰ ਕਹਿਣਾ ਹੁਕਮੈ ਜੇ ਬੁੱਝੈ। ਬੁੱਝੈ ਕੱਸ ਕੇ ਬੋਲਣਾ। ਬੁੱਝਣ ਦਾ ਵਾਚਕ ਹੈ। ਹੁਕਮ ਨੂੰ ਜੇ ਕੋਈ ਬੁੱਝ ਲਵੇ, ਸਮਝ ਲਵੇ, ਬੁੱਝੈ। ਇੱਥੇ ਵਿਸਰਾਮ। ਤਾਂ ਹਉਮੈ ਕਹੈ ਨ ਕੋਇ। ਇਹ ਤੱਤਾ ਵੀ ਮੁਕਤਾ ਹੈ ਤੇ ਨੰਨਾ ਵੀ ਮੁਕਤਾ। ਇਸ ਇੱਕ ਪੰਕਤੀ ਵਿੱਚ ਦੋ ਅੱਖਰ ਮੁਕਤੇ ਆ ਗਏ, ਇੱਕ ਤੱਤਾ, ਇੱਕ ਨੰਨਾ। ਤੇ ਤੱਤਾ ਵੀ ਮੁਕਤਾ ਬੋਲਣਾ, ਕਿਉਂਕਿ ਤੱਤੇ ਮੁਕਤੇ ਦੀ ਆਵਾਜ਼ ਵੱਖਰੀ ਹੈ। ਤੇ ਤੱਤੇ ਨਾਲ ਕੰਨਾ ਲੱਗ ਜਾਵੇ ਤੇ ਆਵਾਜ਼ ਵਿੱਚ ਫਰਕ ਆ ਜਾਂਦਾ ਹੈ। ਜੇ ਕੰਨੇ ਦੇ ਉੱਤੇ ਬਿੰਦੀ ਵੀ ਲੱਗ ਜਾਵੇ ਤੇ ਫਿਰ ਹੋਰ ਫਰਕ ਆ ਜਾਂਦਾ ਹੈ ਆਵਾਜ਼ ਵਿੱਚ। ਇਹ ਕੰਨੇ ਵਾਲਾ ਤੱਤਾ ਨਹੀਂ ਹੈ ਨਾਲ, ਔਰ ਕੰਨੇ ਨਾਲ ਬਿੰਦੀ ਵਾਲਾ ਵੀ ਤੱਤਾ ਨਹੀਂ ਹੈ। ਇਹ ਆ ਇਕੱਲਾ ਹੀ ਤੱਤਾ। ਇਸ ਕਰਕੇ ਇਕੱਲਾ ਹੀ ਤੱਤਾ ਬੋਲਣਾ ਹੈ। ਤਾਂ ਇਸ ਤਰ੍ਹਾਂ, ਔਰ ਨੰਨਾ ਵੀ ਇਹਦੇ ਚ ਮੁਕਤਾ ਆ, ਉਹ ਵੀ ਬੋਲਣਾ ਨਾ, ਇਸ ਤਰ੍ਹਾਂ। ਤਾਂ ਹਉਮੈ ਕਹੈ ਨ ਕੋਇ। ਇਸ ਤਰ੍ਹਾਂ ਸਿੱਧਾ ਕੋਏ ਨਹੀਂ ਕਹਿਣਾ, ਕੋਇ। ਸਿਹਾਰੀ ਦੀ ਆਵਾਜ਼ ਦੇਣੀ। ਨਾਨਕ ਹੁਕਮੈ ਜੇ ਬੁੱਝੈ ਵਿਸਰਾਮ। ਤਾਂ ਹਉਮੈ ਕਹੈ ਨ ਕੋਇ। ਇੱਥੋਂ ਤੀਕ ਹੋ ਗਈਆਂ ਜੀ 2 ਪੌੜੀਆਂ। ਔਰ ਇਹ ਬੇਨਤੀ ਹੈ ਕਿ ਜਦੋਂ ਵੀ ਇਹ ਗੁਰਬਾਣੀ ਦੀ ਸੰਥਿਆ ਸੁਣਨੀ ਹੈ, ਸਰਵਣ ਕਰਨੀ ਹੈ, ਤੇ ਨਾਲ ਨਾਲ ਗੁਰਬਾਣੀ ਦੇ ਦਰਸ਼ਨ ਜ਼ਰੂਰ ਕੀਤੇ ਜਾਣ। ਫਿਰ ਹੀ ਪਤਾ ਲੱਗੇਗਾ ਕਿ ਵਿਸਰਾਮ ਕਿੱਥੇ ਹੈ ਤੇ ਉਚਾਰਨ ਕਿਸ ਤਰ੍ਹਾਂ ਹੈ। ਨਾਲ ਗੁਟਕਾ ਸਾਹਿਬ ਪ੍ਰਕਾਸ਼ ਕੀਤਾ ਜਾਵੇ। ਔਰ ਫੋਨ ਨੂੰ ਵੀ ਆਮ ਆਪਾਂ ਹੱਥ ਲਾ ਲੈਂਦੇ ਹਾਂ, ਜੂਠੇ ਵੀ, ਤਾਂ ਉਸ ਵੇਲੇ ਜਾਂ ਕੱਪੜੇ ਨਾਲ ਫੜ ਕੇ ਲਾਗੇ, ਔਰ ਜਾਂ ਗਿੱਲਾ ਲੀੜਾ ਇਹਦੇ 'ਤੇ ਫੇਰ ਕੇ, ਹੱਥ ਧੋ ਕੇ, ਤੇ ਫਿਰ ਪਾਸ ਉੱਚੇ ਥਾਂ 'ਤੇ ਰੱਖ ਕੇ, ਤੇ ਨਾਲ ਫਿਰ ਗੁਟਕਾ ਸਾਹਿਬ ਪ੍ਰਕਾਸ਼ ਕਰਕੇ ਉਹਦੇ ਤੋਂ ਨਾਲ ਗੁਰਬਾਣੀ ਦੇ ਦਰਸ਼ਨ ਕੀਤੇ ਜਾਣ। ਔਰ ਸਾਰੇ ਗੁਰਮੁਖ ਸਿਆਣੇ ਹਨ, ਸਭ ਨੂੰ ਪਤਾ ਹੈ, ਪਰ ਫਿਰ ਵੀ ਇਹ ਬੇਨਤੀ ਕਰਨ ਦਾ ਫਰਜ਼ ਬਣਦਾ ਹੈ ਕਿ ਜਦੋਂ ਵੀ ਆਪਾਂ ਗੁਟਕੇ ਸਾਹਿਬ ਨੂੰ ਗੁਰਬਾਣੀ ਪੜ੍ਹਨ ਵਾਸਤੇ ਲੈਣਾ ਹੈ, ਜਲ ਵਰਤਨੇ, ਹੱਥਾਂ ਨੂੰ ਧੋਣਾ ਹੈ ਤੇ ਹੱਥ ਸੁੱਚੇ ਕਰਨੇ, ਤੇ ਥੰਦੇ ਵਾਲੇ ਹੱਥ ਨਹੀਂ ਕਦੀ ਵੀ ਪੋਥੀ ਸਾਹਿਬ ਨੂੰ, ਗੁਟਕੇ ਸਾਹਿਬ ਨੂੰ ਲਾਉਣੇ। ਤੇਲ ਵਾਲੇ, ਘਿਓ ਵਾਲੇ ਹੱਥ ਉਹਨਾਂ ਨੂੰ ਸਾਬਣ ਨਾਲ ਜਾਂ ਸ਼ੈਂਪੂ ਦੇ ਨਾਲ ਧੋ ਕੇ ਫਿਰ ਗਿੱਲੇ ਵੀ ਨਹੀਂ ਲੱਗਣ ਦੇਣੇ। ਹਜੂਰੀਆ ਜ਼ਰੂਰ ਰੱਖਣਾ ਚਾਹੀਦਾ ਹੈ ਗੁਰਬਾਣੀ ਪੜ੍ਹਨ ਲੱਗਿਆ ਆਪਣੇ ਗਲ ਵਿੱਚ। ਉਹ ਹਜੂਰੀਏ ਦੇ ਨਾਲ, ਪਰਨੇ ਦੇ ਨਾਲ ਹੱਥ ਸੁੱਕੇ ਕਰਕੇ, ਪਹਿਲਾਂ ਜਲ ਵਰਤ ਕੇ ਫਿਰ ਚੰਗੀ ਤਰ੍ਹਾਂ ਸੁੱਕੇ ਕਰਕੇ, ਕਿਉਂਕਿ ਉਂਗਲਾਂ ਦੇ ਜੋ ਪੋਟੇ ਹਨ ਇਹਨਾਂ ਦੇ ਵਿੱਚ ਜਲ ਲੱਗਾ ਰਹਿ ਜਾਂਦਾ ਜੇ ਚੰਗੀ ਤਰ੍ਹਾਂ 2 ਮਿੰਟ ਕੱਪੜੇ ਦੇ ਨਾਲ ਪੂਰਾ ਚੰਗੀ ਤਰ੍ਹਾਂ ਸਾਫ਼ ਨਾ ਕੀਤਾ ਜਾਵੇ। ਤੇ ਚੰਗੀ ਤਰ੍ਹਾਂ ਸੁਕਾ ਕੇ ਵੀ ਕਾਗਜ਼ ਨੂੰ ਥੋੜ੍ਹਾ ਜਿੰਨਾ ਵੀ, ਇੱਕ ਬੂੰਦ ਵੀ ਪਾਣੀ ਦੀ ਗਿੱਲਾ ਨਾ ਲੱਗੇ, ਤੇ ਫਿਰ ਉਹ ਗੁਟਕੇ ਸਾਹਿਬ ਸਦੀਆਂ ਤੀਕ ਰਹਿੰਦੇ ਆ। ਉਹ ਪੁਰਾਣੇ ਕਦੀ ਹੁੰਦੇ ਹੀ ਨਹੀਂ ਗੇ। ਸਾਡੇ ਬਜ਼ੁਰਗਾਂ ਦੇ ਜੋ ਸਿੰਘ ਗੁਰੂ ਕੇ ਅੱਜ ਤੀਕ ਜਿਨ੍ਹਾਂ ਨੇ ਪੋਥੀਆਂ ਸਾਹਿਬ ਹੱਥੀਂ ਲਿਖੀਆਂ ਸੀ, ਅੱਜ ਤੀਕ ਉਹਨਾਂ ਦੇ ਗੁਟਕੇ ਸਾਹਿਬ, ਬਾਬਾ ਦੀਪ ਸਿੰਘ ਜੀ ਸਾਹਿਬ ਜੀ ਦਾ, ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਗੁਟਕਾ ਸਾਹਿਬ, ਉਹਨਾਂ ਦਾ ਹੱਥ ਲਿਖਤ ਗੁਟਕਾ ਸਾਹਿਬ ਅੱਜ ਵੀ ਦਰਸ਼ਨ ਹੁੰਦੇ ਤਖਤ ਸ੍ਰੀ ਦਮਦਮਾ ਸਾਹਿਬ, ਜਿਹਦੇ ਤੋਂ ਨਿਤਨੇਮ ਕਰਿਆ ਕਰਦੇ ਸਨ। ਇਸੇ ਤਰ੍ਹਾਂ ਹੋਰ ਕਈਆਂ ਸਿੰਘਾਂ ਦੇ ਪੁਰਾਤਨ ਗੁਟਕੇ ਸਾਹਿਬ ਹੈਗੇ ਆ, ਕਿਉਂਕਿ ਉਹਨਾਂ ਨੇ ਸਾਂਭ ਸੰਭਾਲ ਕੀਤੀ, ਨਾ ਥੰਦੇ ਵਾਲੇ ਹੱਥ ਲੱਗਣ ਦਿੱਤੇ ਤੇ ਨਾ ਗਿੱਲੇ ਹੱਥ ਲੱਗਣ ਦਿੱਤੇ। ਤੇ ਗੁਟਕੇ ਸਾਹਿਬ ਸਦੀਆਂ ਤੀਕ ਅੱਜ ਵੀ ਤੇ ਸਦੀਆਂ ਤੀਕ ਅਗਾਂਹ ਵੀ ਰਹਿਣਗੇ ਜੇ ਸਾਂਭ ਸੰਭਾਲ ਕੀਤੀ ਗਈ ਉਹਨਾਂ ਦੀ। ਤਾਂ ਹੁਣ ਤੀਕ ਤਾਂ ਉਹ ਦਰਸ਼ਨ ਹੁੰਦੇ ਆ। ਇਸੇ ਤਰ੍ਹਾਂ ਮਹਾਰਾਜ ਦੇ ਸਰੂਪ ਵੀ, ਸਭ ਤੋਂ ਪਹਿਲਾ ਸਰੂਪ ਜਿਹੜਾ ਭਾਈ ਗੁਰਦਾਸ ਸਾਹਿਬ ਜੀ ਤੋਂ ਲਿਖਾਇਆ, ਉਹਦੇ ਅੱਜ ਵੀ ਦਰਸ਼ਨ ਹੁੰਦੇ ਆ। ਸ੍ਰੀ ਕਰਤਾਰਪੁਰ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਜੋ ਪਾਵਨ ਸਰੂਪ ਲਿਖੇ, ਉਹਨਾਂ ਦੇ ਪ੍ਰਕਾਸ਼ ਹੁੰਦੇ, ਦਰਸ਼ਨ ਹੁੰਦੇ ਆ। ਤੋ ਇਸ ਤਰ੍ਹਾਂ ਕਰਕੇ ਸਾਂਭ ਸੰਭਾਲ ਦੀ ਲੋੜ ਹੈ।
ਤੇ ਆਪਾਂ ਆਪ ਵੀ ਇਹ ਧਿਆਨ ਰੱਖਣਾ, ਆਪਣੇ ਬੱਚਿਆਂ ਨੂੰ ਵੀ ਦੱਸਣਾ ਵੀ ਕਦੀ ਵੀ ਗਿੱਲੇ ਹੱਥ ਪੋਥੀ ਸਾਹਿਬ ਨੂੰ, ਗੁਟਕੇ ਸਾਹਿਬ ਨੂੰ ਨਹੀਂ ਲਾਉਣੇ। ਸੋ ਜਲ ਵਰਤ ਕੇ ਔਰ ਸੁੱਕੇ ਕਰਕੇ ਹੱਥ ਫੇਰ ਹੀ ਲਾਉਣੇ। ਤੇ ਜਿੰਨਾ ਚਿਰ ਗੁਰਬਾਣੀ ਪੜ੍ਹਨੀ ਹੈ, ਪੋਥੀ ਸਾਹਿਬ, ਗੁਟਕੇ ਸਾਹਿਬ ਤੇ ਰੇਲ ਦੇ ਉੱਤੇ ਜਿਵੇਂ ਪੋਥੀ ਸਾਹਿਬ ਪ੍ਰਕਾਸ਼ ਕਰਨੀ ਹੈ, ਥੱਲੇ ਕੋਈ ਪਰਨਾ ਵਿਛਾ ਕਰਕੇ, ਹਜੂਰੀਆ ਵਿਛਾ ਕੇ ਉਹਦੇ ਤੇ ਰੇਲ ਰੱਖ ਕੇ ਗੁਟਕਾ ਸਾਹਿਬ ਪ੍ਰਕਾਸ਼ ਕਰਕੇ ਫਿਰ ਉਹਨੂੰ ਬੜੇ ਸਤਿਕਾਰ ਦੇ ਨਾਲ, ਔਰ ਜਿੰਨਾ ਚਿਰ ਬਾਣੀ ਪੜ੍ਹਨੀ ਉਹਨਾਂ ਚਿਰ ਗਲ ਵਿੱਚ ਹਜੂਰੀਆ ਵੀ ਰੱਖਿਆ ਜਾਵੇ। ਨੱਕ ਨੂੰ, ਕੰਨਾਂ ਨੂੰ, ਅੱਖਾਂ ਨੂੰ, ਮੂੰਹ ਨੂੰ, ਜਾਂ ਸਰੀਰ ਦੇ ਹੋਰ ਕਿਸੇ ਅੰਗ ਤੇ ਜਾਂ ਪੈਰਾਂ ਨੂੰ ਜਾਂ ਥੱਲੇ, ਇਸੇ ਪ੍ਰਕਾਰ ਮੰਜੇ ਤੇ ਬੈਠੇ ਜਾਂ ਬੈੱਡ ਤੇ ਬੈਠੇ ਆ ਤਾਂ ਤਲਾਈ ਚਾਦਰ ਤੇ ਹੱਥ ਵੀ ਨਹੀਂ ਉਹਨਾਂ ਚਿਰ ਲਾਉਣੇ, ਸਰੀਰ ਦੇ ਕਿਸੇ ਅੰਗ ਤੇ ਵੀ ਨਹੀਂ ਲਾਉਣੇ। ਜਿੱਥੇ ਲਾਉਣੇ ਹਜੂਰੀਏ ਨਾਲ ਹੀ ਹੱਥ ਲਾਉਣੇ। ਇਹ ਧਿਆਨ ਰੱਖਣ ਦੀ ਲੋੜ ਹੈ। ਸੋ ਗੁਰਬਾਣੀ ਦਾ ਇਹ ਬਾਹਰੀ ਤੌਰ ਤੇ ਵੀ ਸਤਿਕਾਰ ਜਿਹੜਾ ਉਹ ਕਰਨਾ ਹੈ। ਜਿੱਥੇ ਗੁਰਬਾਣੀ ਨੂੰ ਪੜ੍ਹਨਾ ਹੈ, ਗੁਰਬਾਣੀ ਨੂੰ ਸੁਣਨਾ ਹੈ, ਗੁਰਬਾਣੀ ਨੂੰ ਮੰਨਣਾ ਹੈ, ਗੁਰਬਾਣੀ ਨੂੰ ਉਹਦੇ ਉਪਦੇਸ਼ ਅਨੁਸਾਰ ਗੁਰੂ ਸਾਹਿਬ ਜੀ ਦੀ ਸਿੱਖਿਆ ਮੁਤਾਬਕ ਚੱਲਣਾ ਹੈ, ਉੱਥੇ ਬਾਹਰੀ ਤੌਰ ਤੇ ਵੀ ਪੋਥੀ ਸਾਹਿਬ, ਗੁਟਕੇ ਸਾਹਿਬ ਜੀ ਦਾ ਸਤਿਕਾਰ ਕਰਨਾ ਹੈ। ਪੋਥੀ ਪਰਮੇਸ਼ਰ ਕਾ ਥਾਨ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇ ਵਡਿਆਵਰ ਨਾ ਕੋਏ। ਤੋ ਇਸ ਕਰਕੇ ਇਹ ਦੂਸਰੀ ਪੌੜੀ ਆਪਾਂ ਵਿਚਾਰੀ ਹੈ। ਅੱਗੇ ਤੀਸਰੀ ਪੌੜੀ ਦੀ ਵਿਚਾਰ ਵੀ ਸਾਂਝੀ ਕਰਦੇ ਹਾਂ, ਕਿਉਂਕਿ ਕੱਲ ਇਹ ਸੰਥਿਆ ਜੋ ਹੈ ਗਰੁੱਪ ਵਿੱਚ ਨਹੀਂ ਪਾਈ ਗਈ। ਤੋ ਅਗਲੀ ਪੌੜੀ ਦੀ ਵੀ ਆਪਾਂ ਵਿਚਾਰ ਕਰਦੇ ਹਾਂ। ਤੀਸਰੀ ਪੌੜੀ ਆ ਜੀ, ਗਾਵੈ ਕੋ ਤਾਣ, ਇੱਥੇ ਵਿਸਰਾਮ ਹੈ। ਹੋਵੈ ਕਿਸੈ ਤਾਣ, ਜੋ ਗਾਵੈ ਆ ਰਿਹਾ ਨਾ, ਇਹ ਦਲਾਵਾਂ ਨਾਲ ਪਾਠ ਆ ਰਿਹਾ, ਇਹਦਾ ਧਿਆਨ ਰੱਖਣਾ। ਗਾਵੈ, ਵੈ ਕਹਿ ਕੇ ਉਚਾਰਨ ਕਰਨਾ, ਗਾਵੇ ਨਹੀਂ ਕਹਿਣਾ, ਇੱਕ ਲਾ ਨਹੀਂ ਲਾਉਣੀ, ਦੁਲਾਵਾਂ ਲਾਉਣੀਆਂ, ਕਿਉਂਕਿ ਦੁਲਾਵਾਂ ਲੱਗੀਆਂ ਹੋਈਆਂ ਹਨ। ਗਾਵੈ ਕੋ ਤਾਣ, ਇੱਥੇ ਵਿਸਰਾਮ ਹੈ। ਹੋਵੈ ਕਿਸੈ ਤਾਣ, ਤਾਣ ਨਾਣਾ ਹੈ, ਇਸ ਕਰਕੇ ਮੂੰਹ ਖੋਲ ਕੇ ਨਾਣਾ ਬੋਲਣਾ ਹੈ। ਤਾਣ। ਗਾਵੈ ਕੋ ਦਾਤ, ਦਾਤ ਤੇ ਵਿਸਰਾਮ ਲਾਉਣਾ ਜੀ। ਗਾਵੈ ਕੋ ਦਾਤ, ਉਂਝ ਕਈ ਗੁਰਮੁਖ ਕੋ ਤੇ ਵੀ ਵਿਸਰਾਮ ਲਾਉਂਦੇ ਹਨ, ਦਾਤ ਤੇ ਵਿਸਰਾਮ ਲਾਉਣਾ ਹੈ। ਇਹ ਦੋਵਾਂ ਥਾਵਾਂ ਤੇ ਵਿਸਰਾਮ ਇਸ ਪੰਕਤੀ ਦਾ ਲੱਗ ਜਾਂਦਾ ਹੈ। ਕੋ ਤੇ ਵੀ ਲੱਗ ਜਾਂਦਾ ਹੈ ਔਰ ਦਾਤ ਤੇ ਵੀ ਲੱਗ ਜਾਂਦਾ ਹੈ। ਕਈ ਵਿਸਰਾਮ ਅਰਥਾਂ ਦੇ ਮੁਤਾਬਕ ਹੁੰਦੇ ਹਨ, ਕਈ ਚਾਲ ਦੇ ਮੁਤਾਬਕ ਹੁੰਦੇ ਹਨ, ਤਾਂ ਉਹ ਦੋਵੇਂ ਹੀ ਠੀਕ ਹੁੰਦੇ ਹਨ। ਸੋ ਇਸ ਕਰਕੇ ਚਾਲ ਦੇ ਨਾਲ ਕਈ ਵਿਸਰਾਮ ਲਾਏ ਜਾਂਦੇ ਹਨ, ਔਰ ਜਿਸ ਵੇਲੇ ਗੁਰਮੁਖ ਉਹਦਾ ਅਰਥ ਕਰਦੇ ਹਨ ਤਾਂ ਉਹ ਫਿਰ ਅਰਥ ਇਹ ਵੀ ਉਸ ਹਿਸਾਬ ਦੇ ਨਾਲ ਕਰ ਲਿਆ ਜਾਂਦਾ ਹੈ। ਉਸ ਵੇਲੇ ਅਰਥਾਂ ਦੇ ਮੁਤਾਬਕ ਵਿਸਰਾਮ ਲਾ ਲੈਂਦੇ ਹਨ, ਤਾਂ ਉਹ ਦੋਵੇਂ ਹੀ ਮੰਨੇ ਜਾਂਦੇ ਹਨ। ਇਸ ਕਰਕੇ ਇਸ ਪੰਕਤੀ ਦਾ, ਦੂਸਰੀ ਪੰਕਤੀ ਦਾ ਵਿਸਰਾਮ ਕੋ ਤੇ ਵੀ ਲੱਗ ਜਾਂਦਾ ਹੈ ਤੇ ਦਾਤ ਤੇ ਵੀ ਲੱਗ ਜਾਂਦਾ ਹੈ। ਤੋ ਆਪਾਂ ਦਾਤ ਤੇ ਲਾਵਾਂਗੇ। ਗਾਵੈ ਕੋ ਦਾਤ, ਜਾਣੈ ਨੀਸਾਨ, ਜਾਣੈ। ਹੁਣ ਆਣਾ ਜਿਹੜਾ ਅੱਖਰ ਹੈ ਇਹ ਵੀ ਮੂੰਹ ਖੋਲ ਕੇ ਬੋਲਿਆ ਜਾਂਦਾ ਤੇ ਦਲਾਵਾਂ ਵੀ ਮੂੰਹ ਖੋਲ ਕੇ ਬੋਲੀਆਂ ਜਾਂਦੀਆਂ, ਤੇ ਜਾਣੈ ਤੇ ਨਾਣਾ ਵੀ ਆ ਗਿਆ ਤੇ ਦੁਲਾਵਾਂ ਵੀ ਆ ਗਈਆਂ। ਇਸ ਕਰਕੇ ਜਾਣੈ ਨੀਸਾਨ, ਇਹਨੂੰ ਸਿੱਧਾ ਨਿਸ਼ਾਨ ਨਹੀਂ ਕਹਿਣਾ, ਨੰਨੇ ਨੂੰ ਬਿਹਾਰੀ ਹੈ, ਇਸ ਕਰਕੇ ਨੀਸਾਨ। ਗਾਵੈ ਕੋ ਗੁਣ ਵਡਿਆਈਆ ਚਾਰ, ਪਹਿਲੀਆਂ ਜੋ ਇਸ ਤੀਸਰੀ ਪੌੜੀ ਵਿੱਚ ਦੋ ਪੰਕਤੀਆਂ ਆਈਆਂ ਹਨ ਉਹਨਾਂ ਦਾ ਵਿਸਰਾਮ ਆਪਾਂ ਜਿੱਥੇ ਲਾਇਆ ਹੈ ਉੱਥੇ ਲਾਉਣਾ ਹੈ। ਅੱਗੇ ਸਾਰੀ ਪੌੜੀ ਵਿੱਚ ਕੋ ਤੇ ਹੀ ਵਿਸਰਾਮ ਲੱਗਦੇ ਹਨ। ਗਾਵੈ ਕੋ, ਗਾਵੈ ਕੋ, ਇਸ ਤਰੀਕੇ ਨਾਲ। ਗਾਵੈ ਕੋ, ਇੱਥੇ ਵਿਸਰਾਮ। ਗੁਣ ਵਡਿਆਈਆ ਚਾਰ, ਗੁਣ ਨਾਣੇ ਨਾਲ ਬੋਲਣਾ ਤੇ ਵਡਿਆਈਆ ਚਾਰ।
ਇਹਨੂੰ ਵਡਿਆਈਆ ਹੀ ਬੋਲਣਾ ਹੈ। ਇਸ ਤਰ੍ਹਾਂ ਹੀ ਗੁਰਮੁਖ ਕਰਾਉਂਦੇ ਹਨ। ਆਮ ਕਰਕੇ ਅਰਥਾਂ ਦੇ ਲਿਹਾਜ਼ ਨਾਲ ਜਾਂ ਬਹੁਵਚਨ ਦੇ ਲਿਹਾਜ਼ ਨਾਲ ਹੁਣ ਦੇ ਵਰਤਮਾਨ ਸਮੇਂ ਦੇ ਵਿੱਚ ਬਿੰਦੀਆਂ ਲਾਈਆਂ ਜਾਂਦੀਆਂ ਹਨ, ਪਰ ਗੁਰਮੁਖ ਸੰਪਰਦਾ ਦੇ ਵਿੱਚ, ਟਕਸਾਲ ਦੇ ਵਿੱਚ ਇਹ ਦੱਸਦੇ ਹਨ ਕਿ ਵਡਿਆਈ ਇੱਕ ਵਚਨ ਹੈ, ਵਡਿਆਈਆ ਬਹੁਵਚਨ ਦੇ ਅਰਥਾਂ ਵਿੱਚ ਹੈ। ਵੀ ਬਿੰਦੀ ਨਾ ਵੀ ਲੱਗੇ ਤਾਂ ਵੀ ਇਹਦਾ ਅਰਥ ਜੋ ਹੈ ਬਹੁਵਚਨ ਦੇ ਵਿੱਚ ਬਣ ਜਾਂਦਾ ਹੈ। ਔਰ ਇੱਥੇ ਮਹਾਰਾਜ ਸਾਹਿਬ ਜੀ ਨੇ ਲਿਖਤੀ ਤੌਰ 'ਤੇ ਬਿੰਦੀ ਲਾਈ ਨਹੀਂ ਹੈ, ਇਸ ਕਰਕੇ ਸੰਪਰਦਾ ਦੇ ਵਿੱਚ ਨਹੀਂ ਲਵਾਈ ਜਾਂਦੀ ਹੈ। ਔਰ ਸੰਪਰਦਾ ਦਾ ਅਰਥ ਹੁੰਦਾ ਹੈ, ਸੰਗ ਦਾ ਅਰਥ ਹੈ ਭਲੀ ਪ੍ਰਕਾਰ, ਜੋ ਵੱਡਿਆਂ ਵਡੇਰਿਆਂ ਤੋਂ, ਬਜ਼ੁਰਗਾਂ ਤੋਂ ਅਗਲਿਆਂ ਨੂੰ ਪ੍ਰਾਪਤ ਹੋਇਆ ਹੈ, ਉਹਨੂੰ ਸੰਪਰਦਾ ਕਿਹਾ ਜਾਂਦਾ ਹੈ, ਜੋ ਵੱਡਿਆਂ ਵਡੇਰਿਆਂ ਤੋਂ ਪ੍ਰਾਪਤ ਹੋਵੇ। ਸੀਨਾ ਬਸੀਨਾ, ਜਿਵੇਂ ਗੁਰੂ ਕਲਗੀਧਰ ਪਾਤਸ਼ਾਹੀ ਨੇ, ਬਾਬਾ ਦੀਪ ਸਿੰਘ ਜੀ, ਭਾਈ ਮਣੀ ਸਿੰਘ ਜੀ, ਉਹਨਾਂ ਨੂੰ ਗੁਰਬਾਣੀ ਦੀ ਸੰਥਿਆ ਕਰਾਈ, ਅਰਥ ਪੜ੍ਹਾਏ, ਉਹਨਾਂ ਨੇ ਅੱਗੇ ਕਰਾਈ, ਉਹਨਾਂ ਨੇ ਅੱਗੇ ਅੱਗੇ ਇਸ ਤਰੀਕੇ ਦੇ ਨਾਲ ਉਸ ਨੂੰ ਕਿਹਾ ਜਾਂਦਾ ਹੈ ਸੰਪਰਦਾ ਜਾਂ ਸੰਪਰਦਾਏ। ਤੋ ਇਸ ਤਰੀਕੇ ਨਾਲ ਕੋ ਤੇ ਵਿਸਰਾਮ ਲਾਉਣਾ ਹੈ। ਗਾਵੈ ਕੋ ਵਿਸਰਾਮ, ਗੁਣ ਵਡਿਆਈਆ ਚਾਰ। ਗਾਵੈ ਕੋ, ਇੱਥੇ ਵਿਸਰਾਮ। ਵਿਦਿਆ ਵਿਖਮ ਵਿਚਾਰ, ਵਿਦਿਆ ਥੋੜ੍ਹਾ ਜਿਹਾ ਕੱਸ ਕੇ ਬੋਲੀ ਦਾ ਹੈ, ਵਿਖਮ ਵਿਚਾਰ ਬਿਹਾਰੀ ਨਾਲ ਬੋਲੀ ਦਾ ਹੈ। ਗਾਵੈ ਕੋ ਸਾਜ ਕਰੇ ਤਨ ਖੇਹ, ਕੋ ਤੇ ਵਿਸਰਾਮ ਹੈ, ਬਾਕੀ ਚਾਰੇ ਹੀ ਪਦ ਨਿਖੇੜ ਕੇ ਬੋਲਣੇ ਹਨ। ਸਾਜ ਕਰੇ ਤਨ ਖੇਹ, ਇਸ ਤਰ੍ਹਾਂ। ਗਾਵੈ ਕੋ, ਇੱਥੇ ਵਿਸਰਾਮ। ਜੀ ਲੈ ਫਿਰ ਦੇਹ, ਇਹ ਜੀ ਐੜਾ ਨਾਲ ਬੋਲਣਾ ਹੈ, ਸਿੱਧਾ ਜੀ ਨਹੀਂ ਕਹਿਣਾ। ਜੀ ਤੇ ਜੀਆ ਵੀ ਨਹੀਂ ਕਹਿਣਾ, ਐੜੇ ਨੂੰ ਕੰਨਾ ਵੀ ਨਾ ਲੱਗੇ। ਜੀ ਲੈ ਫਿਰ ਦੇਹ। ਗਾਵੈ ਕੋ, ਇੱਥੇ ਵਿਸਰਾਮ ਕੋ ਤੇ। ਜਾਪੈ ਦਿਸੈ ਦੂਰ, ਗਾਵੈ ਕੋ, ਵਿਸਰਾਮ ਹੈ ਕੋ ਤੇ। ਵੇਖੈ ਹਾਦਰਾ ਹਦੂਰ, ਕਥਨਾ ਕਥੀ ਨਾ ਆਵੈ ਤੋਟ। ਕਥੀ ਤੇ ਵਿਸਰਾਮ ਹੈ, ਕਥਨਾ ਕਥੀ ਇਹ ਪੋਲੇ ਹੀ ਬੋਲਣੇ ਹਨ, ਇਹਨਾਂ ਨੂੰ ਕਥਨਾ ਕਥੀ ਨਹੀਂ ਕਹਿਣਾ। ਖਿਆਲ ਰੱਖਣਾ, ਪੋਲੇ ਹੀ ਬੋਲੇ ਜਾਣ ਦੋਵੇਂ ਪਾਠ, ਕਥਨਾ ਵੀ ਪੋਲਾ, ਕਥੀ ਵੀ ਪੋਲਾ, ਤੇ ਕਥੀ ਦੇ ਉੱਤੇ ਵਿਸਰਾਮ ਹੈ। ਕਥਨਾ ਕਥੀ, ਇੱਥੇ ਵਿਸਰਾਮ। ਨਾ ਆਵੈ ਤੋਟ, ਨੰਨਾ ਮੁਕਤਾ ਬੋਲਣਾ ਹੈ, ਨੰਨੇ ਨੂੰ ਕੰਨਾ ਨਹੀਂ ਲਾਉਣਾ। ਕਥ ਕਥ ਕਥੀ, ਕੋਟੀ ਕੋਟ ਕੋਟ, ਕਥੀ ਤੇ ਵਿਸਰਾਮ ਹੈ। ਇਹ ਤਿੰਨੇ ਪਦ ਪੋਲੇ ਬੋਲਣੇ। ਕਥ ਵੀ ਪੋਲਾ, ਕਥ ਦੋ ਵਾਰੀਆਂ ਆ, ਕਥ ਕਥ ਕਥੀ, ਕਥੀ ਵੀ ਪੋਲਾ ਬੋਲਣਾ। ਕੋਟੀ ਕੋਟ ਕੋਟ, ਦੇਦਾ ਦੇ, ਲੈਦੇ ਥੱਕ ਪਾਹੇ, ਹਾਂਜੀ ਦੇ ਤੇ ਵਿਸਰਾਮ। ਔਰ ਬਿੰਦੀਆਂ ਤੋਂ ਬਿਨਾਂ ਹੀ ਇਹਦਾ ਉਚਾਰਨ ਟਕਸਾਲ ਵਿੱਚ ਕਰਵਾਇਆ ਜਾਂਦਾ ਹੈ। ਤੋ ਇਸ ਪ੍ਰਕਾਰ ਦੇ ਉੱਤੇ ਵਿਸਰਾਮ ਲਾਉਣਾ ਹੈ। ਦੇਦਾ ਦੇ, ਲੈਦੇ ਥੱਕ ਪਾਹੇ, ਥੱਕ ਕੱਸ ਕੇ ਬੋਲਣਾ ਹੈ। ਪਾਹੇ ਪੱਪੇ ਕੰਨਾ ਲੰਮਾ ਕਰਕੇ ਹਾਹੇ ਸਿਹਾਰੀ ਬੋਲਣੀ ਹੈ।
ਪਾਹੇ। ਜੁਗਾ ਜੁਗੰਤਰ ਖਾਹੀ ਖਾਹੇ। ਹਾਂਜੀ, ਜੁੱਗਾ ਥੋੜਾ ਜਿਹਾ ਕੱਸ ਕੇ ਬੋਲਣਾ ਹੈ, ਬਿੰਦੀ ਤੋਂ ਬਿਨਾਂ ਹੀ ਬੋਲਣਾ ਹੈ। ਉਂਝ ਸਾਰੇ ਜਪਜੀ ਸਾਹਿਬ ਦੇ ਵਿੱਚ ਇੱਕੋ ਹੀ ਬਿੰਦੀ ਆਉਂਦੀ ਹੈ, ਭਾਂਡਾ। ਭਾਵ ਭਾਂਡਾ ਪਦ ਦੇ ਉੱਤੇ ਉਹ ਕੰਨੇ ਤੇ ਬਿੰਦੀ ਮਹਾਰਾਜ ਨੇ ਲਾਈ ਹੈ। ਉਂਝ ਸਾਰੇ ਜਪਜੀ ਸਾਹਿਬ 'ਚ ਹੋਰ ਕੋਈ ਬਿੰਦੀ ਲਿਖਤੀ ਤੌਰ ਤੇ ਨਹੀਂ ਆਈ ਹੈ। ਤੋ ਅਰਥ ਜਿਸ ਵੇਲੇ ਗਿਆਨੀ ਸਿੰਘ ਨੇ ਕਰਨੇ ਹੁੰਦੇ ਹਨ, ਉਸ ਵੇਲੇ ਉਹ ਕਰ ਲੈਂਦਾ ਹੈ, ਪਰ ਜਿਸ ਵੇਲੇ ਪਾਠ ਹੈ ਉਸ ਵੇਲੇ ਸੰਕੋਚ ਕਰਨਾ ਚਾਹੀਦਾ ਹੈ ਵੀ ਇੰਨੀਆਂ ਜ਼ਿਆਦੀਆਂ ਬਿੰਦੀਆਂ ਨਾ ਲੱਗਣ। ਤੋ ਇਸ ਤਰੀਕੇ ਨਾਲ ਇਹ ਬਿਨਾਂ ਬਿੰਦੀ ਤੋਂ ਹੀ ਬੋਲਣਾ ਹੈ। ਜੁਗਾ ਜੁਗੰਤਰ, ਇੱਥੇ ਜੁਗੰਤਰ ਤੇ ਵਿਸਰਾਮ ਹੈ। ਆਮ ਕਰਕੇ ਜੁੱਗਾਂ ਇਸ ਤਰ੍ਹਾਂ ਬਿੰਦੀ ਲਾ ਕੇ ਵੀ ਬੋਲ ਦਿੰਦੇ ਹਨ, ਪਰ ਬਿੰਦੀ ਤੋਂ ਬਿਨਾਂ ਹੀ ਬੋਲਣਾ ਹੈ। ਜੁਗਾ ਜੁਗੰਤਰ ਖਾਹੀ ਖਾਹੇ। ਖਾਹੇ ਇਸ ਤਰ੍ਹਾਂ ਬੋਲਾਂਗੇ ਜੀ। ਸਿੱਧਾ ਖਾਹੇ ਕਹਿ ਦਿੱਤਾ ਤੇ ਹਾਹੇ ਨੂੰ ਲਾਣ ਲੱਗ ਜਾਣੀ ਹੈ। ਹੁਕਮੀ ਹੁਕਮ ਚਲਾਏ ਰਾਹ। ਹਾਂ, ਚਲਾਏ ਸਿੱਧਾ ਹੀ ਬੋਲਣਾ ਹੈ, ਹੁਕਮ ਤੇ ਵਿਸਰਾਮ ਹੈ। ਹੁਕਮੀ ਹੁਕਮ ਚਲਾਏ ਰਾਹ। ਤੋ ਇਹ ਹੁਕਮ ਦੇ ਉੱਤੇ ਥੋੜਾ ਜਿਹਾ ਠਹਿਰਾਓ ਦੇ ਕੇ ਫਿਰ ਚਲਾਏ ਰਾਹ। ਰਾਹ ਰਾਰੇ ਦੇ ਕੰਨੇ ਨੂੰ ਲੰਮਾ ਕਰਕੇ ਹਾਹੇ ਨੂੰ ਔਂਕੜ ਪੋਲਾ ਜਿਹਾ ਬੋਲਣਾ ਹੈ। ਰਾਹ। ਨਾਨਕ ਵਿਗਸੈ ਵੇ ਪ੍ਰਵਾਹ। ਨਾਨਕ ਪਦ ਤੇ ਜਮਕ ਦੇਣੀ ਹੈ, ਥੋੜਾ ਜਿਹਾ ਠਹਿਰਾਓ ਦੇਣਾ ਹੈ। ਵਿਗਸੈ ਪੋਲਾ ਜਿਹਾ ਬੋਲਣਾ ਹੈ। ਵਿਗਸੈ ਗੱਗੇ ਨਾਲ ਬੋਲਣਾ ਹੈ। ਵਿਗਸੈ ਵੇ ਪ੍ਰਵਾਹ। ਵੇ ਪ੍ਰਵਾਹ ਹੈ ਇਕੱਠਾ ਹੀ ਹੈ ਪਾਠ, ਤੇ ਵਿਪਰਵਾਹ ਨਹੀਂ ਕਹਿਣਾ। ਵੇ ਨੂੰ ਥੋੜਾ ਜਿਹਾ ਜੁਦਾ ਕਰਕੇ ਥੋੜੀ ਜਿਹੀ ਡਾਇਸ਼ ਦੇ ਕੇ ਪ੍ਰਵਾਹ, ਤੇ ਵਵੇ ਨੂੰ ਕੰਨੇ ਨੂੰ ਲੰਮਾ ਕਰ ਦੇਣਾ ਹੈ। ਹਾਹੇ ਦੇ ਔਂਕੜ ਨੂੰ ਪੋਲਾ ਜਿਹਾ ਬੋਲਣਾ ਹੈ। ਵੇ ਪ੍ਰਵਾਹ ਇਸ ਤਰ੍ਹਾਂ। ਜੇ ਸਿੱਧਾ ਵੇ ਪ੍ਰਵਾਹ ਹੋ ਆਖਾਂਗੇ, ਹਾਹੇ ਤੇ ਹੋੜਾ ਲੱਗ ਜਾਂਦਾ ਹੈ। ਹੋੜਾ ਨਹੀਂ ਲਾਉਣਾ ਤੇ ਔਂਕੜ ਛੱਡਣਾ ਵੀ ਨਹੀਂ, ਔਂਕੜ ਦਾ ਉਚਾਰਨ ਕਰਨਾ ਹੈ। ਵਿਗਸੈ ਵੇ ਪ੍ਰਵਾਹ। ਹਾਂਜੀ, ਇੱਥੋਂ ਤੀਕ ਹੋ ਗਈਆਂ ਜੀ 3 ਪੌੜੀਆਂ। ਤੋ ਸਤਿਗੁਰੂ ਜੀ ਦੀ ਬਾਣੀ ਅਗਾਧ ਬੋਧ ਹੈ। ਸੰਥਿਆ ਦੀ ਬੇਨਤੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਔਰ ਗੁਰੂ ਕੀ ਸੰਗਤ ਜੀ ਖਿਮਾ ਦੇਣੀ। ਤੋ ਸਾਧ ਸੰਗਤ ਜੀ ਨਾਲ ਬੇਨਤੀ ਹੈ ਕਿ ਇਹਨੂੰ ਬਾਅਦ ਵਿੱਚ ਵੀ ਸੁਣਨ ਵਾਸਤੇ ਆਪ ਜੀ ਇਸ ਨੂੰ ਬਾਅਦ ਵਿੱਚ ਸੁਣਨ ਵਾਸਤੇ ਵੀ ਲੋਡ ਕਰਕੇ ਰੱਖ ਸਕਦੇ ਹੋ 2-4 ਵਾਰੀ ਸੁਣ ਕੇ, ਕਿਉਂਕਿ ਗਰੁੱਪ ਦੇ ਵਿੱਚੋਂ ਆਪਾਂ ਫਿਰ ਨਾਲ ਨਾਲ ਦੂਸਰੇ ਦਿਨ ਡਿਲੀਟ ਵੀ ਕਰ ਦਿਆ ਕਰਾਂਗੇ, ਫਿਰ ਅੱਗੇ ਹੋਰ ਅਗਲੀ ਸੰਥਿਆ ਪਾਈ ਜਾਇਆ ਕਰੇਗੀ। ਤੋ ਇਹ ਬੇਨਤੀ ਪ੍ਰਵਾਨ ਕਰਨੀ। ਤੇ ਕੱਲ ਨੂੰ ਐਤਵਾਰ ਹੈ। ਐਤਵਾਰ ਦਾ ਸਮਾਂ ਜਿਹੜਾ ਹੈ, ਇੱਕ ਤਾਂ ਛੁੱਟੀ ਦਾ ਦਿਨ ਹੁੰਦਾ ਹੈ, ਤੇ ਦੂਸਰਾ ਸਾਧ ਸੰਗਤ ਜੀ ਐਤਵਾਰ ਦਾ ਗੁਰੂ ਘਰ ਦੇ ਵਿੱਚ 2:30 ਤੋਂ 4 ਵਜੇ ਦਾ ਸਮਾਂ ਰੱਖਿਆ ਹੈ ਸੰਥਿਆ ਦਾ। ਤਾਂ ਆਪ ਜੀ ਇੱਥੇ ਪਹੁੰਚਣ ਦੀ ਵੀ ਕਿਰਪਾਲਤਾ ਕਰਿਓ, ਕਿਉਂਕਿ ਆਪਾਂ ਇੱਥੇ ਬੈਠ ਕੇ ਕੋਈ ਸੰਥਿਆ ਦੇ ਸੰਬੰਧ ਵਿੱਚ ਵਿਚਾਰ ਸਾਂਝੀ ਕਰ ਸਕਾਂਗੇ, ਕਿਸੇ ਬਾਣੀ ਦੀ ਆਪਾਂ ਸੰਥਿਆ ਕਰ ਸਕਾਂਗੇ। ਤੇ ਇਸ ਤਰ੍ਹਾਂ ਜਿਹੜੀਆਂ ਸੰਗਤਾਂ ਰੋਜ਼ ਨਹੀਂ ਆ ਸਕਦੀਆਂ, ਘੱਟੋ ਘੱਟ ਐਤਵਾਰ 2:30 ਤੋਂ 4 ਵਜੇ ਦੇ ਸਮੇਂ ਵਿੱਚ ਆਪ ਜੀ ਪਹੁੰਚ ਕੇ ਤੇ ਆਪਾਂ ਇਕੱਠੇ ਬੈਠ ਕੇ ਇੱਕ ਦੂਸਰੇ ਨਾਲ ਨਾਲੇ ਵਿਚਾਰ ਸਾਂਝੀ ਕਰਾਂਗੇ, ਨਾਲੇ ਕਿਸੇ ਬਾਣੀ ਦੇ ਸੰਬੰਧ ਦੇ ਵਿੱਚ ਆਪਾਂ ਸੰਥਿਆ ਕਰ ਲਵਾਂਗੇ। ਤੋ ਇਹ ਬੇਨਤੀ ਪ੍ਰਵਾਨ ਕਰਨੀ ਜੀ। ਕੱਲ ਨੂੰ ਐਤਵਾਰ 2:30 ਤੋਂ 4 ਵਜੇ ਜਿਹੜੇ ਵੀ ਸਿੰਘ ਮਾਈ ਭਾਈ ਪਹੁੰਚ ਸਕਦੇ ਹੋ,
ਆਪ ਜੀ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।